हाँ जी, नैक्सट टॉपिक है लिमिटेशंस ऑफ प्लैनिंग। ਇਹਦਾ ਪਹਿਲਾ पॉइंट है लैक ऑफ रैलेबल डेटा। रैलेबल डेटा मतलब सही ਜਿਹੜਾ ਇਨਫੋਰਮੇਸ਼ਨ ਆ, ਜਿਹੜੀ ਸਹੀ ਜਾਣਕਾਰੀ ਹੈ ਉਹਦੀ ਕਈ ਵਾਰ ਕਮੀ ਹੋ ਜਾਂਦੀ ਆ। ਰੈਲੇਬਲ ਡੇਟਾ ਸ਼ੁੱਡ ਬੀ ਅਵੇਲੇਬਲ ਫॉर द ਫਾਰਮੂਲੇਸ਼ਨ ਆਫ ਪ੍ਰੋਪਰ ਐਂਡ ਐਕੂਰੇਟ ਪਲਾਨਸ। ਸੋ ਜੇ ਅਸੀਂ ਪਲਾਨਸ ਨੂੰ ਬਣਾਉਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਸਾਡੇ ਕੋਲੇ ਸਹੀ ਡੇਟਾ ਹੋਣਾ ਜ਼ਰੂਰੀ ਆ। ਇਫ ਰੈਲੇਬਲ ਡੇਟਾ ਆਰ ਨਾਟ ਅਵੇਲੇਬਲ ਦੈਨ ਇਟ ਇਜ਼ ਨਾਟ ਪੋਸੀਬਲ ਟੂ ਫਾਰਮੂਲੇਟ ਪ੍ਰੋਪਰ ਪਲਾਨਸ। ਸੋ ਆਪਾਂ ਇਹ ਸੋਚਦੇ ਹਾਂ ਨਾ ਵੀ ਪਹਿਲਾਂ ਵਾਲੇ ਪਲਾਨਸ ਨੂੰ ਦੇਖ ਕੇ ਪਹਿਲਾਂ ਵਾਲੀ ਇਨਫੋਰਮੇਸ਼ਨ ਨੂੰ ਕਲੈਕਟ ਕਰਕੇ ਆਪਾਂ ਪਲਾਨ ਬਣਾਉਣੇ ਆ, ਬਟ ਜੋ ਇਨਫੋਰਮੇਸ਼ਨ ਹੀ ਗਲਤ ਹੋਈ, ਠੀਕ ਆ। ਸੋ ਉਹਦੇ ਲਈ ਸਾਨੂੰ ਪਹਿਲਾਂ ਤਾਂ ਐਕੂਰੇਟ ਪਲਾਨ ਬਣਾਉਣ ਦੇ ਲਈ ਸਹੀ ਡਾਟਾ ਅਵੇਲੇਬਲ ਹੋਣਾ ਜ਼ਰੂਰੀ ਆ। ਨੈਕਸਟ ਹੈ ਆਪਣੇ ਕੋਲੇ ਵੇਸਟੇਜ ਆਫ ਟਾਈਮ। Too much time gets wasted in the formulation and implementation of plans। ਸੋ ਜਦੋਂ ਅਸੀਂ ਪਲਾਨਸ ਨੂੰ ਬਣਾਉਂਦੇ ਆ ਤਾਂ ਕਾਫੀ ਜ਼ਿਆਦਾ ਸਾਡਾ ਜਿਹੜਾ ਸਮਾਂ ਵਾ ਉਹ ਵੇਸਟ ਹੁੰਦਾ ਵਾ, ਫਿਰ ਉਹਨੂੰ ਇੰਪਲੀਮੈਂਟ ਕਰਨ 'ਤੇ ਲੱਗਦਾ ਵਾ ਟਾਈਮ। ਮੈਨੀ ਅ ਟਾਈਮ projects do not get operational just because proper plans regarding those are not yet ready। such wastage of time proves harmful to the organization। ਸੋ ਕਈ ਵਾਰ ਪ੍ਰੋਜੈਕਟ ਇਸ ਕਰਕੇ ਪੂਰਾ ਨਹੀਂ ਹੋ ਪਾਉਂਦਾ ਕਿਉਂਕਿ ਉਹ ਪ੍ਰੋਜੈਕਟ ਦੇ ਵਿੱਚ ਕੰਮ ਕਿਵੇਂ ਕੀਤਾ ਜਾਊਗਾ ਉਹਦੇ ਨਾਲ ਰਿਲੇਟਡ ਪਲਾਨ ਹੀ ਨਹੀਂ ਬਣਿਆ ਹੁੰਦਾ ਅਜੇ, ਠੀਕ ਆ, ਰੈਡੀ ਨਹੀਂ ਹੋਇਆ ਹੁੰਦਾ ਪਲਾਨ। ਸੋ ਇਸ ਤਰੀਕੇ ਨਾਲ ਕੀ ਹੈ ਸਾਡੀ ਆਰਗੇਨਾਈਜੇਸ਼ਨ ਦਾ ਜਿਹੜਾ ਸਮਾਂ ਵਾ ਉਹ ਵੇਸਟ ਹੁੰਦਾ। ਨੈਕਸਟ ਇਹਦੇ ਵਿੱਚ ਹਿਊਜ ਕਾਸਟ ਫॉर द ਫਾਰਮੂਲੇਸ਼ਨ ਆਫ ਪਲਾਨਸ ਡੇਟਾ ਹੈਵ ਟੂ ਬੀ ਕਲੈਕਟਡ ਐਂਡ ਐਨਾਲਾਈਜ਼। ਹੁਣ ਜਦੋਂ ਅਸੀਂ ਪਲਾਨ ਬਣਾਉਣੇ ਆ ਪਹਿਲਾਂ ਕੋਈ ਆਪਦੇ ਕੋਲ ਇਨਫੋਰਮੇਸ਼ਨ ਕਲੈਕਟ ਕਰਾਂਗੇ, ਫਿਰ ਉਹਨੂੰ ਐਨਾਲਾਈਜ਼ ਕਰਾਂਗੇ। ਦੈਨ ਸੈਵਰਲ ਮੀਟਿੰਗਸ ਆਰ ਹੈਲਡ ਐਂਡ ਹੈਂਸ ਪਲਾਨਸ ਆਰ ਫਾਰਮੂਲੇਟਡ। ਫਿਰ ਮੀਟਿੰਗਸ ਕਿਉਂ ਹੁੰਦੀਆਂ ਨੇ, ਫਿਰ ਪਲਾਨ ਬਣਾਏ ਜਾਂਦੇ ਨੇ। ਫॉर ਦਿਸ ਦੇयर ਇਜ਼ ਅ ਨੀਡ ਫॉर ਮੈਨੀ ਐਕਸਪਰਟਸ ਐਜ਼ ਵੈਲ। ਸੋ ਇਹਦੇ ਲਈ ਸਾਨੂੰ ਕਾਫੀ ਸਾਰੇ ਐਕਸਪਰਟ ਲੋਕਾਂ ਦੀ ਲੋੜ ਪੈਂਦੀ ਆ। ਸੋ ਡਿਊ ਟੂ ਆਲ ਦਿਸ ਹਿਊਜ ਕਾਸਟ ਹੈਜ਼ ਟੂ ਬੀ ਇਨਕਰਡ ਔਨ ਪਲੈਨਿੰਗ। ਸੋ ਇਸੇ ਕਾਰਨ ਕਰਕੇ ਕਾਫੀ ਜ਼ਿਆਦਾ ਖਰਚਾ ਜਿਹੜਾ ਉਹ ਪਲੈਨਿੰਗ ਦੇ ਉੱਪਰ ਹੋ ਜਾਂਦਾ। ਨੈਕਸਟ ਹੈ ਐਂਡ ਆਫ ਇਨੀਸ਼ੀਏਟਿਵ। ਮਤਲਬ ਜਿਹੜੀ ਆਰਗੇਨਾਈਜੇਸ਼ਨ ਦੇ ਵਿੱਚ ਇੰਪਲੋਈਜ਼ ਹੁੰਦੇ ਆ ਉਹ ਆਪਦੇ ਵੱਲੋਂ ਕੁਛ ਨਹੀਂ ਕਰ ਪਾਉਂਦੇ। ਅੰਡਰ ਪਲੈਨਿੰਗ ਐਵਰੀ ਫੰਕਸ਼ਨ ਇਜ਼ ਪਰਫੋਰਮਡ ਇਨ ਅਕੋਰਡੈਂਸ ਵਿਦ ਸਪੈਸੀਫਿਕ ਸਟੈਂਡਰਡਸ ਐਂਡ ਸਪੈਸੀਫਿਕ ਮੈਥਡਸ। ਪਲੈਨਿੰਗ ਜਦੋਂ ਕੀਤੀ ਹੁੰਦੀ ਆ ਤਾਂ ਉਹਦੇ ਵਿੱਚ ਜੋ ਵੀ ਅਸੀਂ ਕੰਮ ਕਰਦੇ ਹਾਂ, ਜੋ ਸਟੈਂਡਰਡ ਸੈੱਟ ਕੀਤੇ ਆ ਜਾਂ ਮੈਥਡ ਸੈੱਟ ਕੀਤੇ ਉਹਦੇ ਹਿਸਾਬ ਨਾਲ ਹੀ ਕਰਨੇ ਹੁੰਦੇ ਆ। These standards and methods are determined by top level management। ਹੁਣ ਜਿਹੜੀਆਂ ਸਟੈਂਡਰਡਸ ਨੇ ਜਾਂ ਇਹ ਮੈਥਡਸ ਨੇ ਇਹਨਾਂ ਨੂੰ ਮੋਸਟਲੀ ਜਿਹੜੀ ਟੋਪ ਮੈਨੇਜਮੈਂਟ ਆ ਉਹੀ ਬਣਾਉਂਦੀ ਆ। ਡਿਊ ਟੂ ਦਿਸ ਮਿਡਲ ਐਂਡ ਲੋਅਰ ਲੈਵਲ ਮੈਨੇਜਮੈਂਟ ਐਂਡ ਇੰਪਲੋਈਜ਼ ਡੂ ਨਾਟ ਟੇਕ ਐਨੀ ਇਨੀਸ਼ੀਏਟਿਵ ਐਂਡ ਦੇ ਬਿਕਮ ਇਨਡਿਫਰੈਂਟ ਟੂਵਰਡਸ ਦ ਆਰਗੇਨਾਈਜੇਸ਼ਨ। ਸੋ ਇਸੇ ਕਰਕੇ ਜਿਹੜੇ ਮਿਡਲ ਲੈਵਲ ਆ ਜਾਂ ਲੋਅਰ ਲੈਵਲ ਦੇ ਮੈਨੇਜਮੈਂਟ ਆ ਜਾਂ ਇੰਪਲੋਈਜ਼ ਨੇ ਉਹ ਆਪਦੇ ਵੱਲੋਂ ਕੋਈ ਇਨੀਸ਼ੀਏਟਿਵ ਨਹੀਂ ਲੈਂਦੇ ਵੀ ਅਸੀਂ ਆਪਦੇ ਵੱਲੋਂ ਕੋਈ ਨਵਾਂ ਤਰੀਕਾ ਦੱਸ ਦਈਏ ਜਿਹਦੇ ਨਾਲ ਕੰਮ ਨੂੰ ਕੀਤਾ ਜਾ ਸਕੇ, ਠੀਕ ਆ। ਹੁਣ ਜਿਵੇਂ ਬੱਚੇ ਆਪਾਂ ਇੰਪੋਰਟੈਂਸ ਦੇ ਵਿੱਚ ਪੜ੍ਹਿਆ ਸੀ ਵੀ ਇਹਦੇ ਨਾਲ ਇੰਪਲੋਈਜ਼ ਮੋਟੀਵੇਟ ਹੁੰਦੇ ਆ, ਬਟ ਇਹਦਾ ਇੱਕ ਨੈਗੇਟਿਵ ਪੁਆਇੰਟ ਵੀ ਹੈ। ਸਾਰੀਆਂ ਆਰਗੇਨਾਈਜੇਸ਼ਨਸ ਆਪਦੇ ਇੰਪਲੋਈਜ਼ ਨੂੰ ਪਾਰਟੀਸਪੇਟ ਨਹੀਂ ਕਰਵਾਉਂਦੀਆਂ, ਠੀਕ ਆ, ਮਤਲਬ ਪਲੈਨਿੰਗ ਦੇ ਵਿੱਚ। ਨੈਕਸਟ ਹੈਗਾ ਨਾਟ ਯੂਜ਼ਫੁਲ ਇਨ ਡਾਇਨਾਮਿਕ ਇਨਵਾਇਰਮੈਂਟ। ਡਾਇਨਾਮਿਕ ਇਨਵਾਇਰਮੈਂਟ ਹੁੰਦਾ ਜਿਹੜਾ ਹਮੇਸ਼ਾ ਬਦਲਦਾ ਰਹਿੰਦਾ। ਐਵਰੀ ਆਰਗੇਨਾਈਜੇਸ਼ਨ ਫੰਕਸ਼ਨ in such an environment in which changes takes place regularly। ਹਰ ਇੱਕ ਆਰਗੇਨਾਈਜੇਸ਼ਨ ਇਸ ਤਰ੍ਹਾਂ ਦੇ ਹਾਲਾਤ 'ਚ ਕੰਮ ਕਰਦੀ ਹੈ ਜਾਂ ਇਸ ਤਰ੍ਹਾਂ ਦੇ ਇਨਵਾਇਰਮੈਂਟ 'ਚ ਕੰਮ ਕਰਦੀ ਆ ਜਿਹੜਾ ਇਨਵਾਇਰਮੈਂਟ ਹਮੇਸ਼ਾ ਬਦਲਦਾ ਰਹਿੰਦਾ। ਸੋ ਦ ਆਰਗੇਨਾਈਜੇਸ਼ਨ ਹੈਜ਼ ਟੂ ਅਡੈਪਟ ਇਟਸ ਫੰਕਸ਼ਨਿੰਗ ਇਨ ਅਕੋਰਡੈਂਸ ਵਿਦ ਦੀਸ ਚੇਂਜਸ, ਠੀਕ ਆ। ਸੋ ਹਰ ਇੱਕ ਆਰਗੇਨਾਈਜੇਸ਼ਨ ਨੂੰ ਆਪਣੇ ਆਪ ਦੀ ਜਿਹੜੀ ਫੰਕਸ਼ਨਿੰਗ ਆ ਉਹ ਬਦਲਣੀ ਪੈਂਦੀ ਆ ਜਿਹੜੀਆਂ ਇਹ ਇਨਵਾਇਰਮੈਂਟ 'ਚ ਚੇਂਜਸ ਹੋਈਆਂ ਉਹਨਾਂ ਦੇ ਅਕੋਰਡਿੰਗ। ਇੱਥੇ ਬਿਜ਼ਨਸ ਇਨਵਾਇਰਮੈਂਟ ਦੀ ਗੱਲ ਹੋ ਰਹੀ ਹੈ, ਠੀਕ ਆ। ਬਟ ਇਟ ਇਜ਼ ਡਿਫੀਕਲਟ ਟੂ ਮੇਕ ਚੇਂਜਸ ਇਨ ਪਲਾਨਸ। ਹੁਣ ਜਿਹੜੇ ਆਪਾਂ ਪਹਿਲਾਂ ਤੋਂ ਪਲਾਨ ਸੈੱਟ ਕਰ ਲਈ ਕਈ ਵਾਰ ਬਹੁਤ ਮੁਸ਼ਕਿਲ ਹੁੰਦਾ ਉਹਨਾਂ ਦੇ ਵਿੱਚ ਕੋਈ ਆਪਾਂ ਚੇਂਜਸ ਨਹੀਂ ਕਰ ਪਾਉਂਦੇ, ਠੀਕ ਆ, ਪੋਸੀਬਲ ਹੀ ਨਹੀਂ ਹੁੰਦੀਆਂ ਚੇਂਜਸ ਕਰਨੀਆਂ। ਹੈਂਸ ਪਲੈਨਿੰਗ ਇਜ਼ ਨਾਟ ਯੂਜ਼ਫੁਲ ਇਨ ਡਾਇਨਾਮਿਕ ਇਨਵਾਇਰਮੈਂਟ। ਸੋ ਇਸ ਤਰ੍ਹਾਂ ਕਰਕੇ ਅਸੀਂ ਕਹਿ ਸਕਦੇ ਹਾਂ ਜਿਹੜਾ ਇਨਵਾਇਰਮੈਂਟ ਹਮੇਸ਼ਾ ਬਦਲਦਾ ਰਹਿੰਦਾ ਉੱਥੇ ਪਲੈਨਿੰਗ ਜਿਹੜੀ ਆ ਉਹ ਯੂਜ਼ਫੁਲ ਨਹੀਂ ਹੈ। ਨੈਕਸਟ ਹੈਗਾ ਨਾਟ ਯੂਜ਼ਫੁਲ ਇਨ ਐਮਰਜੈਂਸੀ। ਕਈ ਵਾਰ ਐਮਰਜੈਂਸੀ ਕੰਡੀਸ਼ਨਸ ਹੁੰਦੀਆਂ ਉੱਥੇ ਵੀ ਪੋਸੀਬਲ ਨਹੀਂ ਹੈਗੀ ਜਾਂ ਉੱਥੇ ਵੀ ਯੂਜ਼ਫੁਲ ਨਹੀਂ ਹੈਗੀ ਪਲੈਨਿੰਗ। ਨੋ ਪਲਾਨ ਕੈਨ ਬੀ ਮੇਡ ਇਨ ਐਡਵਾਂਸ ਟੂ ਟੈਕਲ ਐਨ ਐਮਰਜੈਂਸੀ। ਕਿਸੇ ਆਉਣ ਵਾਲੀ ਸਿਚੁਏਸ਼ਨ ਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਤਾਂ ਆਪਾਂ ਉਹਦੇ ਨਾਲ ਰਿਲੇਟਡ ਪਲਾਨ ਵੀ ਨਹੀਂ ਬਣਾ ਸਕਦੇ। ਰੈਦਰ ਦੇयर ਇਜ਼ ਅ ਨੀਡ ਫॉर ਮੇਕਿੰਗ ਪ੍ਰੋਮਪਟ ਐਂਡ ਐਪਰੋਪਰੀਏਟ ਡਿਸੀਜ਼ਨ ਇਨ ਕੇਸ ਆਫ ਐਨ ਐਮਰਜੈਂਸੀ। ਇੱਥੇ ਸਾਨੂੰ ਲੋੜ ਪੈਂਦੀ ਆ ਕਿ ਜਦੋਂ ਕੋਈ ਐਮਰਜੈਂਸੀ ਅਰਾਈਜ਼ ਹੋ ਜਾਂਦੀ ਆ ਤਾਂ ਸਾਨੂੰ ਉਦੋਂ ਮੌਕੇ 'ਤੇ ਹੀ ਫੈਸਲੇ ਲੈਣੇ ਪੈਂਦੇ ਆ ਅਤੇ ਮੌਕੇ 'ਤੇ ਹੀ ਕੁਛ ਨਾ ਕੁਛ ਮਤਲਬ ਆਪਦੇ ਕੋਲੋਂ ਪਲਾਨਸ ਬਣਾਉਣੇ ਪੈਂਦੇ ਆ। ਸੋ ਇਨ ਸੱਚ ਅ ਸਿਚੁਏਸ਼ਨ ਦਾ ਪ੍ਰੋਸੈਸ ਆਫ ਪਲੈਨਿੰਗ ਇਜ਼ ਨਾਟ ਯੂਜ਼ਫੁਲ। ਸੋ ਉੱਥੇ ਵੀ ਜਿਹੜੀ ਪਲੈਨਿੰਗ ਆ ਉਹਦੀ ਇਹ ਲਿਮੀਟੇਸ਼ਨ ਬਣ ਜਾਂਦੀ ਆ ਕਿ ਮੌਕੇ 'ਤੇ ਪਲੈਨਿੰਗ ਕਰਨੀ ਪੈਂਦੀ ਹੈ। ਪਹਿਲਾਂ ਤੋਂ ਅਸੀਂ ਐਮਰਜੈਂਸੀ ਨੂੰ ਟੈਕਲ ਕਰਨ ਦੇ ਲਈ ਜਾਂ ਹੈਂਡਲ ਕਰਨ ਦੇ ਲਈ ਕੋਈ ਪਲਾਨ ਨਹੀਂ ਬਣਾ ਪਾਉਂਦੇ। ਨੈਕਸਟ ਹੈਗਾ ਰਜਿਸਟੈਂਸ ਟੂ ਚੇਂਜ।
ਪਲੈਨਿੰਗ ਪ੍ਰਮੋਟਸ ਚੇਂਜ, ਪਲੈਨਿੰਗ ਦੇ ਨਾਲ ਕੀ ਆ ਚੇਂਜ ਆਉਂਦੀ ਆ ਆਰਗੇਨਾਈਜੇਸ਼ਨ ਦੇ ਵਿੱਚ, ਮਤਲਬ ਪਹਿਲਾਂ ਜਿਵੇਂ ਕੰਮ ਹੁੰਦਾ ਸੀ ਉਸ ਤੋਂ ਬਾਅਦ ਅਗਲੀ ਵਾਰੀ ਚੇਂਜ ਕਰਕੇ ਹੋਰ ਪਲਾਨ ਬਣ ਗਏ। ਇਟ ਪ੍ਰਮੋਟਸ ਦਾ ਅਡੋਪਸ਼ਨ ਆਫ ਇਨੋਵੇਟਿਵ ਥਿੰਕਿੰਗ, ਨਿਊ ਟੈਕਨੀਕਸ ਐਂਡ ਬੈਟਰ ਮੈਥਡਸ। ਸਪੋਜ਼ ਕਰ ਲਓ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਪਹਿਲਾਂ ਕੰਮ ਹੁੰਦਾ ਸੀ ਹੋਰ ਤਰੀਕੇ ਨਾਲ, ਹੁਣ ਉਸ ਤੋਂ ਵਧੀਆ ਇਨੋਵੇਟਿਵ ਤਰੀਕੇ ਨਾਲ ਜਾਂ ਨਵੀਂ ਟੈਕਨੀਕ ਜਾਂ ਮੈਥਡ ਨਾਲ ਕੰਮ ਹੋਊਗਾ। ਬਟ ਇੰਪਲੋਈਜ਼ ਜਨਰਲੀ ਰਜਿਸਟ ਚੇਂਜ ਬਿਕੋਜ਼ ਦੇ ਆਰ ਯੂਜ਼ ਟੂ ਟਰਡੀਸ਼ਨਲ ਮੈਥਡਸ ਐਂਡ ਟੈਕਨੀਕਸ। ਬਟ ਜਿਹੜੇ ਇੰਪਲੋਈਜ਼ ਹੁੰਦੇ ਆ, ਉੱਥੋਂ ਦੇ ਵਰਕਰ ਹੁੰਦੇ ਆ, ਉਹ ਇਸ ਚੀਜ਼ ਨੂੰ ਕੀ ਕਰਦੇ ਆ, ਰਜਿਸਟ ਕਰਦੇ ਆ, ਮਤਲਬ ਰੋਕਦੇ ਆ ਇਹ ਚੀਜ਼ ਨੂੰ ਵੀ ਇਸ ਤਰ੍ਹਾਂ ਟਰਡੀਸ਼ਨਲ ਤਰੀਕਿਆਂ ਨਾਲ ਹੀ ਕੰਮ ਕਰਾਂਗੇ। ਸੋ ਦਿਸ ਕ੍ਰੀਏਟਸ ਸੈਵਰਲ ਪ੍ਰੋਬਲਮਸ ਇਨ ਦਾ ਵੇ ਆਫ ਸਕਸੈਸ ਆਫ ਦਾ ਪਲੈਨਿੰਗ। ਸੋ ਇਹਦੇ ਨਾਲ ਵੀ ਜਿਹੜੀ ਪਲੈਨਿੰਗ ਉਹ ਸਕਸੈਸਫੁਲ ਨਹੀਂ ਹੋ ਪਾਉਂਦੀ। 8th पॉइंट है नीड फॉर एक्सपर्ट्स। प्लानिंग इज़ अ कॉम्प्लैक्स प्रोसेस, मतलब प्लानिंग काफ़ी डिफ़िकल्ट प्रोसेस है। अंडर इट द टास्क लाइक कलेक्शन एंड एनालिसिस ऑफ डेटा, एवेल्यूएशन ऑफ वेरियस अल्टरनेटिव्स अवेलेबल, चॉइस ऑफ सूटेबल टेक्निक एंड मैथड एज पर नीड्स, सुपरविजन एंड एवेल्यूएशन ऑफ वर्किंग ऑफ प्लान्स एटसेट्रा आर वेरी कॉम्पलैक्स। सो प्लानिंग ਦੇ ਵਿੱਚ जो ਅਸੀਂ डेटा कलैक्शन करनी ਆ ਜਾਂ ਅਲਟਰਨੇਟਿਵਸ ਨੂੰ ਅਵੇਲੂਏਟ ਕਰਨਾ ਵਾ ਵੀ ਉਹਨਾਂ 'ਚੋਂ ਬੈਸਟ ਕਿਹੜਾ ਵਾ, ਫਿਰ ਉਹਨਾਂ ਦੇ ਵਿੱਚੋਂ ਬੈਸਟ ਨੂੰ ਚੂਜ਼ ਕਰਨ ਦੇ ਲਈ ਕਿਹੜਾ ਮੈਥਡ ਹੋਊਗਾ ਜਾਂ ਕਿਵੇਂ ਕਿਹੜੀ ਟੈਕਨੀਕ ਨਾਲ ਚੂਜ਼ ਕਰਨਾ, ਸੁਪਰਵਿਜ਼ਨ, ਐਵੈਲੂਏਸ਼ਨ, ਵਰਕਿੰਗ ਪਲਾਨਸ ਦੀ, ਇਹ ਸਾਰਾ ਕੁਛ ਕਾਫੀ ਡਿਫੀਕਲਟ ਆ। ਸੋ ਦੇਅਰ ਇਜ਼ ਅ ਨੀਡ ਫॉर ਐਕਸਪਰਟਸ ਟੂ ਪਰਫੋਰਮ ਥੀਸ ਟਾਸਕ ਐਫੀਸ਼ੀਐਂਟਲੀ। ਸੋ ਇੱਦਾਂ ਦਾ ਕੰਮ ਕਰਨ ਦੇ ਲਈ ਆਮ ਇੰਪਲੋਈ ਨਹੀਂ ਇਹ ਕਰ ਸਕਦੇ, ਉਹਦੇ ਲਈ ਸਾਨੂੰ ਐਕਸਪਰਟ ਲੋਕਾਂ ਦੀ ਲੋੜ ਪੈਂਦੀ ਆ। ਸੋ ਹੈਂਸ ਪਲੈਨਿੰਗ ਇਜ਼ ਨਾਟ ਪੋਸੀਬਲ ਵਿਦਾਊਟ ਐਕਸਪਰਟਸ। ਸੋ ਤਾਂ ਅਸੀਂ ਕਹਿ ਸਕਦੇ ਹਾਂ ਵੀ ਐਕਸਪਰਟ ਤੋਂ ਬਿਨਾਂ ਤਾਂ ਅਸੀਂ ਪਲੈਨਿੰਗ ਨਹੀਂ ਕਰ ਪਾਉਂਦੇ। ਨੈਕਸਟ ਹੈਗਾ ਨਾਟ suitable for small organizations. Small organizations do not have time, resources and services of experts which are needed for planning. ਜਿਹੜੀਆਂ ਛੋਟੀਆਂ ਆਰਗੇਨਾਈਜੇਸ਼ਨ ਹੁੰਦੀਆਂ ਨੇ, ਨਾ ਤਾਂ ਉਹਨਾਂ ਕੋਲ ਟਾਈਮ ਇੰਨਾ ਹੁੰਦਾ, ਨਾ ਹੀ ਉਹਨਾਂ ਕੋਲ ਇੰਨਾ ਪੈਸਾ ਜਾਂ ਐਕਸਪਰਟ ਲੋਕ ਹੁੰਦੇ ਆ ਜਿਹੜੇ ਉਹ ਪਲੈਨਿੰਗ ਲਈ ਵਰਤ ਸਕਣ। In small organizations there is absence of specialization and division of labor which are required for planning. ਸੋ ਛੋਟੀਆਂ ਆਰਗੇਨਾਈਜੇਸ਼ਨ ਦੇ ਵਿੱਚ ਨਾ ਤਾਂ ਸਪੈਸ਼ਲਾਈਜੇਸ਼ਨ ਹੁੰਦੀ ਆ, ਨਾ ਹੀ ਜਿਹੜੀ ਲੇਬਰ ਆ ਉਹਦੀ ਡਿਵੀਜ਼ਨ ਕੀਤੀ ਹੁੰਦੀ ਆ। ਸੋ ਜਿਹੜਾ ਕਿ ਬੇਸਿਕ ਰਿਕੁਆਇਰਮੈਂਟ ਆ ਪਲੈਨਿੰਗ ਦੇ ਲਈ। ਸੋ ਹੈਂਸ ਇਟ ਇਜ਼ ਨਾਟ ਪੋਸੀਬਲ ਫॉर ਸਮੋਲ ਆਰਗੇਨਾਈਜੇਸ਼ਨ ਟੂ ਅਡੋਪਟ ਪਲੈਨਿੰਗ ਸਕਸੈਸਫੁਲੀ। ਸੋ ਇਹ ਵੀ ਇੱਕ ਡਰੋਬੈਕ ਆ, ਇਹਦੀ ਲਿਮੀਟੇਸ਼ਨ ਆ ਪਲੈਨਿੰਗ ਦੀ, ਕਿ ਛੋਟੀਆਂ ਆਰਗੇਨਾਈਜੇਸ਼ਨ ਦੇ ਕੋਲ ਇੰਨਾ ਰਿਸੋਰਸਿਸ ਜਾਂ ਇੰਨਾ ਪੈਸਾ ਜਾਂ ਐਕਸਪਰਟ ਨਹੀਂ ਹੁੰਦੇ ਜਿਹਦੇ ਨਾਲ ਕਿ ਉਹ ਪਲੈਨਿੰਗ ਪ੍ਰੋਪਰ ਕਰ ਸਕਣ ਜਾਂ ਮਤਲਬ ਐਨਾਲਿਸਿਸ ਵਗੈਰਾ ਕਰ ਸਕਣ ਸਿਚੁਏਸ਼ਨ ਦੀ। ਨੈਕਸਟ ਹੈ ਲੈਕ ਆਫ ਫਲੈਕਸੀਬਿਲਿਟੀ, ਮਤਲਬ ਇਹਦੇ ਵਿੱਚ ਆਪਾਂ ਚੇਂਜਸ ਨਹੀਂ ਕਰ ਪਾਉਂਦੇ। ਅੰਡਰ ਪਲੈਨਿੰਗ ਇਟ ਇਜ਼ ਨਾਟ ਪਰਮਿਟਡ ਟੂ ਮੇਕ ਚੇਂਜਸ ਇਨ ਸਪੈਸੀਫਾਈਡ ਓਬਜੈਕਟਿਵ, ਸਟੈਂਡਰਡਸ, ਮੈਥਡਸ ਐਂਡ ਟੈਕਨੀਕਸ। ਸੋ ਪਲੈਨਿੰਗ ਕਰਕੇ ਜਦੋਂ ਅਸੀਂ ਓਬਜੈਕਟਿਵ, ਸਟੈਂਡਰਡ ਜਾਂ ਮੈਥਡ ਜਾਂ ਟੈਕਨੀਕਸ ਸੈੱਟ ਕਰ ਲਈਆਂ ਤਾਂ ਉਹਨਾਂ ਦੇ ਵਿੱਚ ਚੇਂਜਸ ਨਹੀਂ ਅਸੀਂ ਕਰ ਪਾਵਾਂਗੇ, ਠੀਕ ਆ। ਬਟ ਵੈਨ ਦੇਅਰ ਇਜ਼ ਅ ਚੇਂਜ ਇਨ ਵਰਕਿੰਗ ਇਨਵਾਇਰਮੈਂਟ ਦੇਅਰ ਇਜ਼ ਨੀਡ ਫॉर ਥੀਸ ਚੇਂਜਸ। ਹੁਣ ਕਈ ਵਾਰ ਪੋਲਿਸੀ ਬਦਲ ਜਾਂਦੀ ਹੈ ਸਰਕਾਰ ਦੀ, ਠੀਕ ਆ, ਜਾਂ ਕੋਈ ਲਾਅ ਚੇਂਜ ਹੋ ਜਾਂਦਾ ਤਾਂ ਉਹਦੇ ਅਕੋਰਡਿੰਗ ਚੇਂਜਸ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਨੇ। ਬਟ ਇਹਦੇ ਵਿੱਚ ਨਹੀਂ ਹੁੰਦੀਆਂ ਕਿਉਂਕਿ ਆਪਾਂ ਪਹਿਲਾਂ ਤੋਂ ਸੈੱਟ ਕੀਤੇ ਹੁੰਦੇ ਆ ਤੇ ਇਨ ਬਿਟਵੀਨ ਕੰਮ ਦੇ ਵਿੱਚ ਉਹ ਨਹੀਂ ਬਦਲਦੇ। ਸੋ ਪਲੈਨਿੰਗ ਡਜ਼ ਨਾਟ ਪਰਮਿਟ ਸੱਚ ਚੇਂਜਸ, ਇਟ ਇਜ਼ ਆਲਸੋ ਅ ਲਿਮਿਟੇਸ਼ਨ ਆਫ ਪਲੈਨਿੰਗ। ਨੈਕਸਟ ਇਹਦੇ ਵਿੱਚ ਹੈ ਆਪਣੇ ਕੋਲੇ ਲਾਸਟ ਪੁਆਇੰਟ ਇੰਪਲੀਮੈਂਟੇਸ਼ਨ ਪ੍ਰੋਬਲਮ, ਮਤਲਬ ਪਲੈਨਸ ਨੂੰ ਲਾਗੂ ਕਰਨਾ ਵੀ ਕਈ ਵਾਰ ਪ੍ਰੋਬਲਮਸ ਕ੍ਰੀਏਟ ਕਰਦਾ। ਫਾਰਮੂਲੇਸ਼ਨ ਆਫ ਐਨ ਐਪਰੋਪਰੀਏਟ ਪਲਾਨ ਇਜ਼ ਨਾਟ ਅ ਗਰੰਟੀ ਆਫ ਸਕਸੈਸ ਆਫ ਪਲਾਨਸ। ਹੁਣ ਮੰਨ ਲਓ ਜੀ ਅਸੀਂ ਬਹੁਤ ਵਧੀਆ ਕੋਈ ਪਲਾਨ ਸੈੱਟ ਕਰ ਲਿਆ ਵੀ ਇਹਦੇ ਨਾਲ ਆਹ ਕੰਮ ਨੂੰ ਕੀਤਾ ਜਾਊਗਾ, ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜਾ ਪਲਾਨ ਉਹ ਸਕਸੈਸਫੁਲ ਹੋਊਗਾ। ਉਹਦਾ ਰੀਜ਼ਨ ਕੀ ਆ? ਇਫ ਪਲਾਨਸ ਆਰ ਨਾਟ ਪ੍ਰੋਪਰਲੀ ਇੰਪਲੀਮੈਂਟਡ ਦੈਨ ਈਵਨ ਦਾ ਬੈਸਟ ਪਲਾਨ ਫੇਲਸ। ਸੋ ਜੇ ਅਸੀਂ ਉਹਨੂੰ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕਰਾਂਗੇ ਤਾਂ ਬੈਸਟ ਤੋਂ ਬੈਸਟ ਪਲਾਨ ਵੀ ਫੇਲ ਹੋ ਜਾਂਦਾ। ਫੋਰ ਐਗਜ਼ਾਮਪਲ many plans have been formulated for eradication of poverty in India। ਮਤਲਬ ਇੰਡੀਆ ਦੇ ਵਿੱਚੋਂ ਗਰੀਬੀ ਨੂੰ ਮਿਟਾਉਣ ਦੇ ਲਈ ਬਹੁਤ ਸਾਰੇ ਪਲਾਨਸ ਫਾਰਮੂਲੇਟ ਕੀਤੇ ਗਏ, ਬਟ there is still widespread poverty in India as these plans could not be implemented successfully। ਕਿਉਂਕਿ ਜਿਹੜੇ ਇਹ ਪਲਾਨ ਬਣਾਏ ਗਏ ਸੀ ਇਹ ਬਿਲਕੁਲ ਸਹੀ ਤਰੀਕੇ ਦੇ ਨਾਲ ਲਾਗੂ ਨਹੀਂ ਕੀਤੇ ਗਏ, ਤਾਂ ਕਰਕੇ ਜਿਹੜੀ ਗਰੀਬੀ ਆ ਉਹ ਇੰਡੀਆ ਦੇ ਵਿੱਚੋਂ ਅੱਜ ਤੱਕ ਖਤਮ ਨਹੀਂ ਹੋਈ, ਠੀਕ ਹੈ।